ਸਾਡੇ ਦਰਸ਼ਕਾਂ ਨੂੰ ਜਿਵੇਂ ਪਤਾ ਹੈ ਕਿ ਨਵਾਂ ਜ਼ਿਲ੍ਹਾ ਪੰਜਾਬ ਦੇ ਵਿੱਚ 23ਵਾਂ ਮਲੇਰਕੋਟਲਾ ਐਲਾਨ ਹੋਇਆ। ਇਹ ਬੜੀ ਮਾਣ ਦੀ ਗੱਲ ਹੈ ਕਿ ਇਸ ਇਤਿਹਾਸਕ ਜ਼ਿਲ੍ਹੇ ਨੂੰ ਜ਼ਿਲ੍ਹਾ ਬਣਾਇਆ ਗਿਆ ਹੁਣ ਇਸ ਸ਼ਹਿਰ ਨੂੰ। ਹਾਲਾਂਕਿ ਇਸ ਸ਼ਹਿਰ ਨੂੰ ਬਹੁਤ ਪਹਿਲਾਂ ਜ਼ਿਲ੍ਹਾ ਬਣ ਜਾਣਾ ਚਾਹਿਆ ਸੀ, ਪਰ ਕਿਉਂਕਿ ਰਾਜਨੀਤਿਕ ਤੌਰ ਤੇ ਫੈਸਲੇ ਹੋਣੇ ਹੁੰਦੇ ਆ, ਸੋ ਇਸ ਕਰਕੇ ਸਮਾਂ ਲੱਗਿਆ। ਪਰ ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਦੇਰ ਆਇਦ ਤੇ ਦਰੁਸਤ ਆਇਦ। ਸੋ ਇਹ ਬਹੁਤ ਵਧੀਆ ਗੱਲ ਹੈ ਕਿ ਸਾਡੇ ਇਸ ਮਲੇਰਕੋਟਲਾ ਸ਼ਹਿਰ ਨੂੰ, ਜਿਹਦਾ ਸਿੱਖ ਇਤਿਹਾਸ ਦੇ ਵਿੱਚ ਇੱਕ ਖਾਸ ਮੁਕਾਮ ਹੈ, ਸਾਡੇ ਸੱਭਿਆਚਾਰ ਦੇ ਵਿੱਚ ਖਾਸ ਮੁਕਾਮ ਹੈ। ਸਾਡੇ ਸਾਰੇ ਦਰਸ਼ਕ ਜਾਣਦੇ ਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਜਦੋਂ ਸਰਹੰਦ ਦੇ ਵਿੱਚ ਨੀਹਾਂ ਦੇ ਵਿੱਚ ਚਿਣਾਇਆ ਗਿਆ ਸੀ ਤਾਂ ਨਵਾਬ ਸ਼ੇਰ ਖਾਂ ਨੇ ਹਾਂ ਦਾ ਨਾਰਾ ਮਾਰਿਆ ਸੀ, ਉਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸੀ। ਉਦੋਂ ਤੋਂ ਹੀ ਇਸ ਸ਼ਹਿਰ ਦੇ ਨਾਲ ਸਿੱਖ ਇਤਿਹਾਸ ਦੀ, ਸਿੱਖ ਜਿਹੜੇ ਲੋਕ ਨੇ ਉਹਨਾਂ ਦੀ ਖਾਸ ਕਿਸਮ ਦੀ ਇੱਕ ਸਾਂਝ ਹੈ ਇਹਨਾਂ ਨਾਲ। ਸੋ ਜ਼ਿਲ੍ਹਾ ਬਣਿਆ, ਇਸ ਦੀ ਕੀ ਰੂਪਰੇਖਾ ਹੈ, ਇਸ ਬਾਰੇ ਅਸੀਂ ਤੁਹਾਨੂੰ ਵੱਖ-ਵੱਖ ਪ੍ਰੋਗਰਾਮਾਂ 'ਚ ਦਿਖਾ ਰਹੇ ਹਾਂ। ਅੱਜ ਅਸੀਂ ਗੱਲ ਕਰਾਂਗੇ ਕਿਉਂਕਿ ਹਰ ਥਾਂ ਦੇ ਉੱਤੇ ਜਿੱਥੇ ਸਮਾਜ ਹੈ ਉੱਥੇ ਸੁਰੱਖਿਆ ਦੀ ਲੋੜ ਹੁੰਦੀ ਹੈ ਔਰ ਪੁਲਿਸ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਸੋ ਇਸ ਜ਼ਿਲ੍ਹੇ ਦੇ ਵਿੱਚ ਨਵੇਂ ਲੱਗੇ ਨੇ ਮੈਡਮ ਕੰਵਰਦੀਪ ਕੌਰ। ਸੋ ਉਹਨਾਂ ਨੇ ਪਹਿਲਾ ਚਾਰਜ ਸੰਭਾਲਿਆ। ਮੈਡਮ, ਅਸੀਂ ਤੁਹਾਨੂੰ ਵਧਾਈ ਦਿੰਦੇ ਹਾਂ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਇਹ ਬੜੇ ਮਾਣ ਦੀ ਗੱਲ ਹੁੰਦੀ ਹੈ ਕਿ ਜਦੋਂ ਕਿਸੇ ਜ਼ਿਲ੍ਹੇ ਦੇ ਅਸੀਂ ਪਹਿਲੇ ਪ੍ਰਸ਼ਾਸਕ ਲੱਗੀਏ ਜਾਂ ਪੁਲਿਸ ਚੀਫ ਲੱਗੀਏ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਜਦੋਂ ਵੀ ਅਸੀਂ ਕੋਈ ਗੱਲ ਕਰਦੇ ਹਾਂ ਤਾਂ ਅਸੀਂ ਕਹਿੰਦੇ ਕਿ ਪਹਿਲੀ ਵਾਰ ਕਿਹਨੇ ਕੀ ਕੀਤਾ। ਸੋ ਪਹਿਲਾ ਡਿਪਟੀ ਕਮਿਸ਼ਨਰ ਲੱਗਣਾ ਤੇ ਪਹਿਲਾ SSP ਲੱਗਣਾ ਇਸ ਜ਼ਿਲ੍ਹੇ ਦਾ ਮਾਣ ਹੈ, ਉਹ ਮੈਡਮ ਨੂੰ ਮਿਲਿਆ। ਤੁਹਾਨੂੰ ਕੀ ਲੱਗਿਆ ਜਦੋਂ ਤੁਹਾਡਾ ਅਨਾਉਂਸਮੈਂਟ ਹੋਈ ਕਿ ਤੁਸੀਂ ਇੱਥੇ ਪਹਿਲੇ SSP ਲੱਗੋਗੇ? ਕਿਉਂਕਿ ਇੱਕ ਤਾਂ ਇਹ ਜ਼ਿਲ੍ਹਾ ਨਵਾਂ ਬਣਿਆ, ਦੂਸਰਾ ਇਹ ਜ਼ਿਲ੍ਹਾ ਇਤਿਹਾਸਕ ਹੈ, ਬਹੁਤ ਵੱਡੀ ਇਸ ਜ਼ਿਲ੍ਹੇ ਦੀ, ਇਸ ਸ਼ਹਿਰ ਦੀ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਇਤਿਹਾਸ ਦੇ ਵਿੱਚ ਬਹੁਤ ਤਕੜਾ ਮੁਕਾਮ ਹੈ ਇਹਦਾ। ਜੀ ਵੜੈਚ ਸਾਹਿਬ, ਜਦੋਂ ਸਾਨੂੰ ਪਤਾ ਲੱਗਿਆ ਸੀ ਕਿ ਮਲੇਰਕੋਟਲਾ ਜ਼ਿਲ੍ਹੇ ਦੀ ਵਾਗਡੋਰ ਸਾਨੂੰ ਸਾਂਭੀ ਜਾ ਰਹੀ ਹੈ ਤਾਂ ਉਹ ਬੜੇ ਮਾਣ ਦੀ ਗੱਲ ਸੀ ਤੇ ਬੜਾ ਫਖਰ ਮਹਿਸੂਸ ਹੋਇਆ ਕਿ ਇਸ ਇਤਿਹਾਸਿਕ ਸ਼ਹਿਰ ਦੀ ਆ ਕੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲੇਗਾ। ਉਸੇ ਕਰਕੇ ਜਦੋਂ ਅਸੀਂ ਇੱਥੇ ਆਏ ਵੀ ਹਾਂ, ਇੱਥੇ ਹੁਣ ਆਪਣੀ ਡਿਊਟੀ ਨਿਭਾ ਰਹੇ ਹਾਂ, ਲੋਕਾਂ 'ਚ ਵਿਚਰ ਰਹੇ ਹਾਂ, ਤੇ ਜਿਹੜੀ ਸਾਡੀ ਉਮੀਦ ਸੀ ਸ਼ਹਿਰ ਤੋਂ, ਸ਼ਹਿਰ ਵਾਸੀਆਂ ਤੋਂ, ਮੈਨੂੰ ਲੱਗਦਾ ਉਸ ਤੋਂ ਵੀ ਜ਼ਿਆਦਾ ਸਾਨੂੰ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲ ਰਿਹਾ ਹੈ ਤੇ ਬੜਾ ਚੰਗਾ ਲੱਗ ਰਿਹਾ ਇੱਥੇ ਕੰਮ ਕਰਕੇ। ਜੀ, ਪੁਲਿਸ ਦਾ ਕੰਮ ਜਿਹੜਾ ਹੈ ਨਾ, ਉਹ ਪ੍ਰਸ਼ਾਸਨ ਨਾਲੋਂ ਜ਼ਿਆਦਾ ਵੱਖਰਾ ਹੁੰਦਾ ਹੈ, TDS ਵੀ ਹੁੰਦਾ ਹੈ, ਸ਼ਿਕਾਇਤਾਂ ਬਹੁਤ ਸਾਰੀਆਂ ਉਹਨਾਂ ਕੋਲੇ ਆਉਂਦੀਆਂ ਨੇ। ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਕਿ ਇਸ ਜ਼ਿਲ੍ਹੇ ਦਾ ਕਿੰਨਾ ਕੁ ਆਕਾਰ ਹੈ, ਤੁਹਾਡੇ ਕੋਲ ਕਿੰਨੀ ਕੁ ਪਾਪੂਲੇਸ਼ਨ ਹੈ ਔਰ ਨਫਰੀ ਕਿੰਨੀ ਕੁ ਹੈ? ਹਾਲੇ ਕਿਉਂਕਿ ਜ਼ਿਲ੍ਹਾ ਨਵਾਂ ਬਣਿਆ ਹੈ ਤਾਂ ਜਦੋਂ ਕੋਈ ਨਵੀਂ ਸ਼ੁਰੂਆਤ ਕਰਦੇ ਹਾਂ ਤਾਂ ਇੰਸਟੀਟਿਊਸ਼ਨ ਬਿਲਡਿੰਗ 'ਚ ਬਹੁਤ ਟਾਈਮ ਲੱਗਦਾ ਹੈ। ਜੀ, ਮਲੇਰਕੋਟਲੇ ਜ਼ਿਲ੍ਹੇ ਵਿੱਚ 2 ਵਿਧਾਨ ਸਭਾ ਹਲਕਾ ਮਲੇਰਕੋਟਲਾ ਤੇ ਅਮਰਗੜ੍ਹ ਪੈਂਦੇ ਨੇ ਤੇ ਇਹਨਾਂ ਦੀ ਪੋਪੂਲੇਸ਼ਨ ਤਕਰੀਬਨ 4.5 ਲੱਖ ਤੋਂ ਪੌਣੇ 5 ਲੱਖ ਦੀ ਪੋਪੂਲੇਸ਼ਨ ਹੈ। ਹਲੇ ਪੁਲਿਸ ਦੀ ਨਫਰੀ, ਕਿਉਂਕਿ ਅਸੀਂ ਨਵਾਂ ਸੈਟਅਪ ਕਰ ਰਹੇ ਹਾਂ, ਸਾਡੇ ਕੋਲ 450 ਤੋਂ ਉੱਪਰ ਡਿਸਟ੍ਰਿਕਟ ਦੀ ਨਫਰੀ ਹੈ, ਡਿਸਟ੍ਰਿਕਟ ਕਾਡਰ ਦੀ ਨਫਰੀ। ਇਸ ਤੋਂ ਇਲਾਵਾ ਕਿਉਂਕਿ ਨਵਾਂ ਸ਼ੁਰੂ ਹੋਇਆ ਹੈ, ਸੈਟਅਪ ਕਰਨ ਲਈ, ਮਦਦ ਕਰਨ ਲਈ ਸਾਨੂੰ ਮਾਣਯੋਗ DG ਪੰਜਾਬ ਵੱਲੋਂ ਆਰਮਡ ਪੁਲਿਸ ਦੀ 200 ਤੋਂ ਉੱਪਰ ਫੋਰਸ ਸਾਨੂੰ ਮੁਹੱਈਆ ਕਰਾਈ ਗਈ ਹੈ। ਇਹ ਸਾਰੀ ਫੋਰਸ ਮਲੇਰਕੋਟਲਾ ਜ਼ਿਲ੍ਹੇ ਵਿੱਚ ਤੈਨਾਤ ਹੈ। ਅਲੱਗ-ਅਲੱਗ ਡਿਊਟੀਆਂ 'ਤੇ ਅਸੀਂ ਤੈਨਾਤ ਕਰਕੇ ਇਹਨਾਂ ਤੋਂ ਕੰਮ ਲੈ ਰਹੇ ਹਾਂ ਤੇ ਸਾਨੂੰ ਬੜੇ ਚੰਗੇ ਹੀ ਰਿਜ਼ਲਟ ਦੇਖਣ ਨੂੰ ਮਿਲ ਰਹੇ ਨੇ। ਜੀ, ਕਿਉਂਕਿ ਹੁਣ ਤੇ 14 ਮਈ ਤੋਂ ਬਾਅਦ ਹੁਣ ਤੱਕ ਸਮਾਂ ਥੋੜ੍ਹਾ ਜਿਹਾ ਲੰਘ ਗਿਆ, ਤੁਸੀਂ ਕਾਫੀ ਇਸ ਏਰੀਏ ਨੂੰ ਸਮਝ ਲਿਆ ਹੋਣਾ। ਤੁਹਾਨੂੰ ਕੀ ਲੱਗਦਾ ਕਿ ਇਸ ਏਰੀਏ ਦੇ ਵਿੱਚ ਕੋਈ ਖਾਸ ਕਿਸਮ ਦੀ ਪੁਲਿਸ ਸਿਕਿਉਰਿਟੀ ਨੂੰ ਲੈ ਕੇ ਕੋਈ ਸਮੱਸਿਆ ਹੈ ਜਾਂ ਕ੍ਰਾਈਮ ਜਿਹੜਾ ਉਹ ਬਾਕੀ ਜ਼ਿਲ੍ਹਿਆਂ ਵਰਗਾ ਹੀ ਹੈ ਸਾਰਾ? ਦੇਖੋ, ਜਿਹੜਾ ਮਲੇਰਕੋਟਲਾ ਜ਼ਿਲ੍ਹਾ ਕਿਉਂਕਿ ਪੰਜਾਬ ਦਾ ਹੀ ਇੱਕ ਹਿੱਸਾ ਹੈ, ਇੱਥੋਂ ਦਾ ਕਲਚਰ ਵੀ ਸਾਡੇ ਬਾਕੀ ਪੰਜਾਬ ਵਰਗਾ ਹੀ ਹੈ, ਤਾਂ ਕ੍ਰਾਈਮ ਵਿੱਚ ਬਹੁਤੀ ਕੋਈ ਫਰਕ ਸਾਨੂੰ ਦੇਖਣ 'ਚ ਨਹੀਂ ਮਿਲਿਆ। ਪੇਂਡੂ ਇਲਾਕਿਆਂ ਵਿੱਚ ਜ਼ਮੀਨੀ ਝਗੜੇ, ਹਰਟ ਕ੍ਰਾਈਮ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ, ਲੜਾਈ ਝਗੜੇ ਮਾਮੂਲੀ। ਸ਼ਹਿਰ ਵਿੱਚ ਦੜੇ ਸੱਟੇ ਦਾ ਸ਼ਿਕਾਇਤ ਸਾਨੂੰ ਆਈ ਸੀ, ਉਹਦੇ 'ਤੇ ਕਾਫੀ ਕੰਮ ਕੀਤਾ ਅਸੀਂ। ਨਸ਼ੇ ਦੇ ਵਪਾਰ ਦੀ ਕਾਫੀ ਸ਼ਿਕਾਇਤ ਸਾਨੂੰ ਆਈ ਸੀ ਤੇ ਹੁਣ ਵੀ ਜਦੋਂ ਵੀ ਲੋਕ ਸਾਡੇ 'ਚ, ਅਸੀਂ ਲੋਕਾਂ 'ਚ ਵਿਚਰਦੇ ਹਾਂ, ਲੋਕ ਸਾਡੇ ਕੋਲ ਆ ਕੇ ਪੇਸ਼ ਹੁੰਦੇ ਨੇ, ਸ਼ਿਕਾਇਤਾਂ ਦਿੰਦੇ ਨੇ ਤੇ ਉਹਨਾਂ 'ਤੇ ਵੀ ਲਗਾਤਾਰ ਕੰਮ ਜਾਰੀ ਹੈ। ਜੀ,
ਕਿਉਂਕਿ ਨਵਾਂ ਸੈਟਅਪ ਹੁੰਦਾ ਹੈ ਤੇ ਬਹੁਤ ਸਾਰੀਆਂ ਸਮੱਸਿਆਵਾਂ ਵੀ ਆਉਂਦੀਆਂ ਨੇ, ਦਫ਼ਤਰ ਬਣਨੇ ਹੁੰਦੇ ਆ, ਸਮਾਂ ਤਾਂ ਲੱਗ ਹੀ ਜਾਂਦਾ ਹੈ, ਪਰ ਇੱਕ ਚਾਹ ਹੁੰਦਾ ਹੈ ਕਿ ਤੁਸੀਂ ਨਵੇਂ ਜ਼ਿਲ੍ਹੇ ਨੂੰ ਐਸਟੈਬਲਿਸ਼ ਕਰ ਰਹੇ ਹੋ, ਇੱਥੇ ਤੁਸੀਂ ਨਵੀਆਂ ਪਿਰਤਾਂ ਪਾ ਕੇ ਜਾਓਗੇ ਸਿਕਿਉਰਿਟੀ ਪੁਆਇੰਟ ਆਫ ਵਿਊ ਤੋਂ। ਤੁਸੀਂ ਕਿਉਂਕਿ ਆਪ ਨੌਜਵਾਨਾਂ, ਤੁਹਾਡੇ ਵੀ ਕਈ ਸੁਪਨੇ ਹੋਣਗੇ ਔਰ ਤੁਹਾਨੂੰ ਇੱਕ ਬੜਾ ਮੌਕਾ ਮਿਲਿਆ ਇੱਕ ਮਾਡਲ ਪਾਲਿਸਿੰਗ ਦੇਣ ਦਾ। ਕਿਸ ਤਰ੍ਹਾਂ ਦੇ ਸੁਪਨੇ ਆ ਤੁਹਾਡੇ ਇਸ ਜ਼ਿਲ੍ਹੇ ਵਾਸਤੇ? ਵੜੈਚ ਸਾਹਿਬ, ਜਿਹੜੇ ਜਿਵੇਂ ਕਿ ਤੁਸੀਂ ਕਿਹਾ ਨਵਾਂ ਜ਼ਿਲ੍ਹਾ ਸੈਟਅਪ ਕਰਨਾ ਬੜਾ ਚਾਅ ਹੁੰਦਾ ਤੇ ਉਹਦੇ ਨਾਲ ਹੀ ਬਹੁਤ ਵੱਡਾ ਚੈਲੰਜ ਵੀ ਹੈ। ਨਵੇਂ ਇੰਸਟੀਟਿਊਸ਼ਨ ਨੂੰ ਸੈੱਟ ਕਰਨਾ, ਨਵੇਂ ਉੱਥੇ ਜਾ ਕੇ ਕਾਇਦੇ ਬਣਾਉਣਾ, ਨਵੇਂ ਤਰੀਕੇ ਨਾਲ ਕੰਮ ਸ਼ੁਰੂ ਕਰਨਾ, ਤੇ ਉਹਦੇ 'ਚ ਬੜਾ ਚੈਲੰਜ ਹੈ ਕਿਉਂਕਿ ਹਮੇਸ਼ਾ ਸ਼ੁਰੂਆਤ 'ਚ ਜਿਵੇਂ ਅਸੀਂ ਕਹਿ ਦਿੰਦੇ ਇਨਰਸ਼ੀਆ ਬਹੁਤ ਜ਼ਿਆਦਾ ਹੁੰਦਾ ਹੈ ਜੀ। ਇਸ ਕਰਕੇ ਇੱਥੇ ਬਹੁਤ ਮੈਂ ਧੰਨਵਾਦੀ ਹਾਂ ਆਪਣੇ ਮਹਿਕਮੇ ਦੀ, ਮਾਣਯੋਗ ਡੀਜੀ ਪੰਜਾਬ ਦੀ, ਕਿ ਸਾਨੂੰ ਪੂਰੀ ਮਦਦ ਹੈੱਡਕੁਆਟਰ ਵੱਲੋਂ ਮੁਹੱਈਆ ਕਰਾਈ ਜਾ ਰਹੀ ਹੈ ਤਾਂ ਕਿ ਚਾਹੇ ਉਹ ਫੋਰਸ ਦੀ ਗੱਲ ਹੋਵੇ, ਹੋਰ ਸਾਨੂੰ ਰਿਸੋਰਸਿਸ ਦੀ ਮਦਦ ਹੋਵੇ, ਸਾਡੀ ਗੱਡੀਆਂ, SHOs ਦੇ ਵਹੀਕਲਸ, ਉਸ ਤੋਂ ਇਲਾਵਾ ਸਾਡੇ ਲਾਅ ਐਂਡ ਆਰਡਰ ਦੇ ਇਕੁਇਪਮੈਂਟ ਜਿਵੇਂ ਲਾਠੀਆਂ, ਡੰਡੇ, ਕੇਨ, ਸ਼ੀਲਡਾਂ, ਪੁਲਿਸ ਜਦੋਂ ਕੰਮ ਕਰਦੀ ਹੈ ਹੋਰ 100 ਤਰ੍ਹਾਂ ਦੇ ਇਕੁਇਪਮੈਂਟ ਜਿਹੜੀ ਸਾਨੂੰ ਲੋੜ ਹੁੰਦੀ ਹੈ ਸਾਡੀ ਫੋਰਸ ਨੂੰ ਵਧਾਉਣ ਲਈ, ਫੋਰਸ ਦੇ ਬਲ ਨੂੰ ਵਧਾਉਣ ਲਈ, ਤੇ ਉਸ 'ਚ ਸਾਨੂੰ ਬੜਾ ਸਹਿਯੋਗ ਮਿਲਿਆ ਹੈ। ਹੌਲੀ ਹੌਲੀ ਇਹ ਪ੍ਰੋਸੀਜਰ ਸਾਡੇ ਐਸਟੈਬਲਿਸ਼ ਹੋਣਗੇ। ਅਸੀਂ ਇਹ ਨਹੀਂ ਕਹਿ ਸਕਦੇ ਵੀ ਰਾਤੋਂ ਰਾਤ ਅਸੀਂ ਇੱਕ ਕੋਈ ਕਾਰਡ ਕੱਢ ਦਾਂਗੇ ਜਾਂ ਕੋਈ ਰੈਵੋਲੂਸ਼ਨ ਲਿਆ ਦਾਂਗੇ, ਪਰ ਹੌਲੀ ਹੌਲੀ ਕੰਮ ਕਰਨ ਨਾਲ ਮੈਨੂੰ ਲੱਗਦਾ ਹੈ ਕਿ ਇੱਕ ਸਾਲ ਦੇ ਅੰਦਰ ਅੰਦਰ ਪੂਰਾ ਸਿਸਟਮ ਜਿਹੜਾ ਹੈ ਚੰਗੀ ਤਰ੍ਹਾਂ ਸੈੱਟ ਹੋ ਕੇ ਚਾਲੂ ਹੋ ਜਾਏਗਾ। ਤਿੰਨੋਂ ਦਿਨ ਅਸੀਂ ਦੇਖ ਰਹੇ ਹਾਂ ਕਿ ਟ੍ਰੈਫਿਕ ਬਹੁਤ ਵੱਧ ਰਹੀ ਹੈ ਔਰ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਰਹੀ ਹੈ ਉਹ ਟ੍ਰੈਫਿਕ ਦੀ ਆ ਰਹੀ ਹੈ। ਔਰ ਟ੍ਰੈਫਿਕ ਨੂੰ ਮੇਨਟੇਨ ਕਰਨ ਵਾਸਤੇ ਜਿਹੜੀ ਸਮੱਸਿਆ ਹੈ ਉਹ ਇਹ ਮਹਿਸੂਸ ਕੀਤੀ ਜਾਂਦੀ ਹੈ ਕਿ ਮਾਡਰਨ ਇਕਵਿਪਮੈਂਟ ਜਿਹੜਾ ਹੈ ਉਹ ਪੰਜਾਬ ਪੁਲਿਸ ਦੇ ਕੋਲੇ ਨਹੀਂ ਹੈਗਾ। ਇਸ ਜ਼ਿਲ੍ਹੇ ਦੇ ਟ੍ਰੈਫਿਕ ਦੀ ਕਿੰਨੀ ਕੁ ਤੁਹਾਨੂੰ ਲੱਗਦਾ ਹੈ ਕਿ ਕੋਈ ਕੰਜੈਸ਼ਨ ਕਿੰਨੀ ਕੁ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਸੈਟਅਪ ਤੁਸੀਂ ਕਰਨ ਜਾ ਰਹੇ ਹੋ? ਮਲੇਰਕੋਟਲਾ ਜਿਵੇਂ ਪ੍ਰੀਡੋਮੀਨੈਂਟਲੀ ਜਿਹੜਾ ਪੇਂਡੂ ਇਲਾਕਾ ਜ਼ਿਆਦਾ ਪੈਂਦਾ ਹੈ ਇਹਦੇ 'ਚ। ਜੇ ਆਪਾਂ ਅਮਰਗੜ੍ਹ ਇਲਾਕੇ ਦੀ ਗੱਲ ਕਰੀਏ, ਮਲੇਰਕੋਟਲਾ ਸਾਰਾ ਜੇ ਹਲਕਾ ਦੇਖੀਏ, ਮਲੇਰਕੋਟਲਾ ਸ਼ਹਿਰ ਜਿਹੜਾ ਹੈ ਉੱਥੇ ਮੈਂ ਇਹ ਸਮਝਦੀ ਹਾਂ ਕਿ ਅੰਦਰੂਨੀ ਜਿਹੜੇ ਪੁਰਾਣੇ ਸ਼ਹਿਰ ਹੈ, ਜਿਵੇਂ ਕਿ ਹਰੇਕ ਜਗ੍ਹਾ ਦੇਖਣ ਨੂੰ ਮਿਲਦਾ ਹੈ ਵੱਡੇ ਤੋਂ ਵੱਡਾ ਸ਼ਹਿਰ ਹੋਵੇ, ਜਿਹੜੇ ਪੁਰਾਣੇ ਸ਼ਹਿਰ ਹੁੰਦੇ ਆ ਉੱਥੇ ਅੰਦਰ ਇਨਫਰਾਸਟ੍ਰਕਚਰ ਦੀ ਕਮੀ ਹੋਣ ਕਰਕੇ ਟ੍ਰੈਫਿਕ ਦੀ ਪ੍ਰੋਬਲਮ ਆਮ ਤੌਰ 'ਤੇ ਰਹਿੰਦੀ ਹੈ, ਅਤੇ ਉਹਦੇ ਵਿੱਚ ਮਲੇਰਕੋਟਲਾ ਬਾਕੀ ਸ਼ਹਿਰਾਂ ਨਾਲੋਂ ਜ਼ਿਆਦਾ ਫਰਕ ਨਹੀਂ ਹੈ। ਉੱਥੇ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ ਇਕੱਲੀ ਪੁਲਿਸ ਦੀ ਸਮੱਸਿਆ ਨਹੀਂ, ਉਹ ਸਗੋਂ ਇਨਫਰਾਸਟ੍ਰਕਚਰ ਵੱਲੋਂ ਜ਼ਿਆਦਾ ਉਹਦੇ 'ਚ ਇਨਪੁਟਸ ਦੇਣ ਦੀ ਲੋੜ ਹੈ, ਕਿਉਂਕਿ ਜਦੋਂ ਸਾਡੇ ਕੋਲ ਚੰਗੀਆਂ ਸੜਕਾਂ, ਚੰਗੇ ਸਾਈਨ ਬੋਰਡਸ, ਪੈਡੈਸਟਰੀਅਨਸ ਲਈ ਚੰਗੀਆਂ ਸਹੂਲਤਾਂ ਉਹ ਸਾਰੀਆਂ ਹੋਣਗੀਆਂ ਤਾਂ ਹੀ ਸਾਡੀ ਟ੍ਰੈਫਿਕ ਚੰਗੀ ਤਰ੍ਹਾਂ ਰੈਗੂਲੇਟ ਹੋ ਸਕਦੀ ਹੈ। ਇਸ ਕਰਕੇ ਇੱਕ ਮਲਟੀ ਪ੍ਰੋਂਗਡ ਸਟ੍ਰੈਟਜੀ ਦੀ ਲੋੜ ਹੈ ਜਿੱਥੇ ਵੀ ਸਾਨੂੰ ਟ੍ਰੈਫਿਕ ਸਮੱਸਿਆ ਆਉਂਦੀ ਹੈ। ਮਲੇਰਕੋਟਲਾ ਵਿੱਚ ਕਿਉਂਕਿ ਜਿਵੇਂ ਮੈਂ ਦੱਸਿਆ ਪ੍ਰੀਡੋਮੀਨੈਂਟਲੀ ਰੂਰਲ ਇਲਾਕਾ ਜ਼ਿਆਦਾ ਪੈਂਦਾ ਹੈ, ਸਾਡੇ ਕੋਲ ਸਟੇਟ ਹਾਈਵੇਜ਼ ਪੈਂਦੇ ਨੇ, ਨੈਸ਼ਨਲ ਹਾਈਵੇ, ਇਸ ਤੋਂ ਇਲਾਵਾ ਮੇਨ ਹਾਈਵੇਜ਼ 'ਤੇ ਤਾਂ ਚੰਗੀ ਸੜਕਾਂ ਬਣੀ ਹੋਣ ਕਰਕੇ ਕੋਈ ਜ਼ਿਆਦਾ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਕਈ ਸਾਡੇ ਐਕਸੀਡੈਂਟ ਸਪੌਟਸ ਜਿਹੜੇ ਆਉਂਦੇ ਸਾਨੂੰ ਫੀਡਬੈਕ ਮਿਲੀ ਸੀ ਕਿ ਉੱਥੇ ਜ਼ਿਆਦਾ ਐਕਸੀਡੈਂਟ ਹੁੰਦੇ, ਜਿਹਨੂੰ ਪੁਲਿਸ ਭਾਸ਼ਾ ਵਿੱਚ ਅਸੀਂ ਬਲੈਕ ਸਪੌਟਸ ਕਹਿ ਦਿੰਦੇ ਹਾਂ, ਉੱਥੇ ਸਾਡੇ ਵੱਲੋਂ ਆਉਂਦੇ ਹੀ ਰੋਡ ਡਿਵਾਈਡਰਸ ਲਾਏ ਗਏ, ਹੋਰ ਤਰ੍ਹਾਂ ਦੀਆਂ ਉੱਥੇ ਟੈਂਪਰੇਰੀ ਇੰਪਰੂਵਮੈਂਟਸ ਕੀਤੀਆਂ ਗਈਆਂ ਜਿੰਨਾ ਕੁ ਪੁਲਿਸ ਆਪਣੇ ਰਿਸੋਰਸਿਸ ਨਾਲ ਅਸੀਂ ਕਰ ਸਕਦੇ ਸੀ, ਅਤੇ ਉੱਥੇ ਵੀ ਸਾਨੂੰ ਐਕਸੀਡੈਂਟਸ 'ਚ ਫਰਕ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਮਲੇਰਕੋਟਲਾ ਸ਼ਹਿਰ ਦੀ ਜੇ ਗੱਲ ਕਰੀਏ, DC ਦਫ਼ਤਰ ਵੱਲੋਂ ਅਤੇ ਪੁਲਿਸ ਮਹਿਕਮੇ ਵੱਲੋਂ ਕਾਫੀ ਅੰਦਰ ਅਸੀਂ ਇੱਕ ਸਟੱਡੀ ਕਰਾ ਰਹੇ ਹਾਂ, ਐਨਾਲਿਸਿਸ ਕਰਾ ਰਹੇ ਹਾਂ ਕਿ ਉੱਥੇ ਕਿੰਨੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੀ ਲੋੜ ਹੈ, ਜੇ ਕੋਈ ਵਨ ਵੇ ਕਰਨ ਦੀ ਲੋੜ ਹੈ ਸੜਕਾਂ ਦੀ ਤਾਂ ਉਹ ਕੀਤੀਆਂ ਜਾਣਗੀਆਂ ਤਾਂ ਕਿ ਜਿਹੜੇ ਅੰਦਰੂਨੀ ਇਲਾਕਿਆਂ 'ਚ ਲੋਕਾਂ ਨੂੰ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਆਵੇ। ਜੀ, ਅੱਜ ਕੱਲ੍ਹ ਜ਼ਮਾਨਾ ਜਿਹੜਾ ਹੈ ਉਹ ਸਾਰਾ ਹੀ ਇੰਟਰਨੈੱਟ 'ਤੇ ਹੈ ਅਤੇ ਲੈਪਟਾਪ 'ਤੇ ਹੈ, ਅਤੇ ਬਹੁਤ ਜ਼ਿਆਦਾ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਐਂਡਰਾਇਡ ਫੋਨ 'ਤੇ, ਆਈਫੋਨ 'ਤੇ ਲੱਗੇ ਰਹਿੰਦੇ ਨੇ। ਸਾਈਬਰ ਕ੍ਰਾਈਮ ਦੀ ਇਸ ਏਰੀਏ ਦੇ ਵਿੱਚ ਕੀ ਸਥਿਤੀ ਹੈ? ਕੋਈ ਤੁਹਾਡੇ ਨੌਲੇਜ ਹੈ ਇਸ ਕਿਸਮ ਦਾ? ਸਾਈਬਰ ਕ੍ਰਾਈਮ ਦੀ ਜੇ ਗੱਲ ਕਰੀਏ ਤਾਂ ਪੰਜਾਬ ਪੁਲਿਸ ਦਾ ਸਾਈਬਰ ਕ੍ਰਾਈਮ ਦਾ ਇੱਕ ਬਹੁਤ ਵੱਡਾ ਵਿੰਗ ਸੈਪਰੇਟ ਸਟੈਬਲਿਸ਼ ਕੀਤਾ ਜਾ ਚੁੱਕਿਆ ਹੈ, ਅਤੇ ਸਾਡੇ ਸਾਰੇ ਜ਼ਿਲ੍ਹਿਆਂ ਵਿੱਚ ਵੀ ਸਾਈਬਰ ਕ੍ਰਾਈਮ ਯੂਨਿਟਸ ਐਸਟੈਬਲਿਸ਼ ਕੀਤੇ ਜਾ ਚੁੱਕੇ ਨੇ। ਕੋਈ ਵੀ ਇਸ ਤਰ੍ਹਾਂ ਦੀ ਕ੍ਰਾਈਮ ਦੀ ਇਨਫੋਰਮੇਸ਼ਨ ਜੇ ਸਾਨੂੰ ਮਿਲਦੀ ਹੈ SHO ਲੈਵਲ 'ਤੇ, SSP ਲੈਵਲ 'ਤੇ ਅਸੀਂ ਉਹ ਡੈਡੀਕੇਟਿਡ ਸਾਈਬਰ ਕ੍ਰਾਈਮ ਸੈੱਲ ਹੈ ਉਹਨੂੰ ਅਸੀਂ ਭੇਜਦੇ ਹਾਂ, ਅਤੇ ਪੰਜਾਬ ਪੁਲਿਸ ਕੋਲ ਸਾਈਬਰ ਕ੍ਰਾਈਮ ਨੂੰ ਨਜਿੱਠਣ ਲਈ ਸਾਡੇ ਕੋਲ ਰਿਸੋਰਸਿਸ ਵੀ ਨੇ ਅਤੇ ਅਸੀਂ ਉਹ ਕਰ ਵੀ ਰਹੇ ਹਾਂ। ਫਿਰ ਵੀ ਅਸੀਂ ਆਮ ਤੌਰ 'ਤੇ ਅਵੇਅਰਨੈਸ ਕੈਂਪੇਨਸ ਦੇ ਥਰੂ ਜਨਰਲ ਪਬਲਿਕ ਨੂੰ ਅਪੀਲ ਕਰਦੇ ਹਾਂ ਕਿ ਸਾਈਬਰ ਕ੍ਰਾਈਮ ਤੋਂ ਬਚਣ ਲਈ ਜਿੰਨੀ ਵੀ ਅਸੀਂ ਆਪਣੇ ਲੈਵਲ 'ਤੇ ਪ੍ਰੀਕੋਸ਼ਨ ਲੈ ਸਕਦੇ ਹਾਂ ਉਹ ਲੈਣੀ ਚਾਹੀਦੀ ਹੈ,
ਕਿਉਂਕਿ ਜਿਹੜਾ ਸਾਈਬਰ ਵਰਲਡ ਹੈ ਉੱਥੇ ਐਨੋਨਿਮਿਟੀ ਦਾ ਬੜਾ ਇਸ਼ੂ ਰਹਿੰਦਾ ਹੈ। ਜੋ ਵੀ ਕ੍ਰਾਈਮ ਕਰ ਰਿਹਾ ਉਹਨੂੰ ਐਵੇਂ ਦੇ ਪ੍ਰਤੀਤ ਹੁੰਦਾ ਹੈ ਕਿ ਮੈਂ ਬਿਲਕੁਲ ਫੜੇ ਨਹੀਂ ਜਾਣਾ, ਕਿਸੇ ਨੂੰ ਪਤਾ ਨਹੀਂ ਮੈਂ ਕੌਣ ਹਾਂ, ਤੇ ਅਸੀਂ ਐਨੋਨਿਮਿਟੀ ਦੇ ਆੜ 'ਚ ਅਸੀਂ ਕਾਫੀ ਕ੍ਰਾਈਮ ਜਿਹੜੇ ਹੈ ਸਾਨੂੰ ਦੇਖਣ 'ਚ ਮਿਲਦੇ ਨੇ। ਪਰ ਸਾਡੇ ਕੋਲ ਕਿਉਂਕਿ ਰਿਸੋਰਸਿਸ ਹੋਣ ਕਰਕੇ, ਨਵੀਂ ਤਕਨੀਕਾਂ ਆਉਣ ਕਰਕੇ, ਪੰਜਾਬ ਪੁਲਿਸ ਕੋਲ ਸਾਰੇ ਰਿਸੋਰਸਿਸ ਨੇ, ਤੇ ਅਸੀਂ ਕਾਫੀ ਹੱਦ ਤੱਕ ਸਾਈਬਰ ਕ੍ਰਾਈਮ ਵੀ ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਡਮ, ਇਹ ਦੇਖਿਆ ਹੈ ਕਿ ਔਰਤਾਂ ਪ੍ਰਤੀ ਜਿਹੜਾ ਕ੍ਰਾਈਮ ਹੈ ਨਾ, ਉਹ ਤਕਰੀਬਨ ਹਰ ਇੱਕ ਥਾਂ 'ਤੇ ਹੀ ਵੱਧ ਰਿਹਾ ਹੈਗਾ, ਔਰ ਇਹ ਚਿੰਤਾ ਦੀ ਵੀ ਬੜੀ ਵੱਡੀ ਗੱਲ ਹੈ। ਔਰਤ ਨੂੰ ਬਹੁਤ ਸੁਰੱਖਿਆ ਦੀ ਲੋੜ ਹੈ, ਔਰ ਇਸ ਗੱਲ ਦਾ ਮਾਣ ਹੈ ਕਿ ਇਸ ਜ਼ਿਲ੍ਹੇ ਦੇ ਦੋਨੋਂ ਹੀ ਜਿਹੜੇ ਹੈੱਡ ਨੇ, ਪੁਲਿਸ ਵਾਲੇ ਵੀ ਔਰ ਐਡਮਿਨਿਸਟ੍ਰੇਟਿਵ ਹੈੱਡ, ਤੁਹਾਨੂੰ ਦੋਨਾਂ ਨੂੰ ਪੰਜਾਬ ਦੀਆਂ ਜੋ ਅਸੀਂ ਕਹਿ ਸਕਦੇ ਹਾਂ ਕਿ ਧੀਆਂ ਨੂੰ ਲਾਇਆ। ਤੁਹਾਡੇ ਤੋਂ ਜਿਹੜੀਆਂ ਇੱਥੋਂ ਦੀਆਂ ਔਰਤਾਂ ਹੋਣਗੀਆਂ ਉਹਨਾਂ ਦੀਆਂ ਬੜੀਆਂ ਐਕਸਪੈਕਟੇਸ਼ਨ ਹੋਣਗੀਆਂ, ਕਿਉਂਕਿ ਅਸੀਂ ਦੇਖਿਆ ਕਿ ਬਾਜ਼ਾਰਾਂ ਦੇ ਵਿੱਚ ਛੇੜਛਾੜ, ਆਪਣੀ ਚੇਨ ਵਗੈਰਾ ਲੈ ਜਾਣਾ, ਇਸ ਤਰ੍ਹਾਂ ਦੇ ਕ੍ਰਾਈਮ ਹੁੰਦੇ ਆ। ਕੋਈ ਤੁਹਾਡੇ ਮਨ 'ਚ ਹੈ ਕਿ ਸਪੈਸ਼ਲ ਇਸ ਏਰੀਏ ਵਾਸਤੇ ਕੋਈ ਤੁਸੀਂ ਕਰਨਾ ਚਾਹੋ, ਕਿਉਂਕਿ ਬੜੀ ਵੱਡੀ ਲੋੜ ਹੈ ਕਿ ਇਸ ਪੱਖ ਦੇ ਉੱਤੇ ਜਿਹੜਾ ਉਹ ਕੰਟਰੋਲ ਕਰ ਲੈਣਾ, ਤਾਂ ਕਿ ਇਸ ਇੱਕ ਵੱਡੇ ਸਮਾਜ ਦੇ ਹਿੱਸੇ ਨੂੰ, ਔਰਤਾਂ ਦੇ ਨੂੰ ਇੱਕ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਇੱਥੋਂ ਦੀ ਕੀ ਸਥਿਤੀ ਹੈ ਔਰ ਤੁਸੀਂ ਕੀ ਕਰ ਰਹੇ ਹੋ ਉਹਦੇ ਲਈ? ਬਿਲਕੁਲ ਜੀ, ਮੈਂ ਬੜੀ ਸਟਰੋਂਗਲੀ ਬਿਲੀਵ ਕਰਦੀ ਹਾਂ, ਕਿਉਂਕਿ ਔਰਤਾਂ ਸਾਡੇ ਸਮਾਜ ਦਾ 50% ਹਿੱਸਾ ਬਣਾਉਂਦੀਆਂ ਨੇ ਜੀ। ਤੇ ਜੇ ਆਪਾਂ ਉਹ 50% ਆਪਣੇ ਸਮਾਜ ਦੇ ਹਿੱਸੇ ਦੀ ਪ੍ਰੋਬਲਮਸ ਨੂੰ ਹੱਲ ਕਰ ਪਾਵਾਂਗੇ ਤਾਂ ਅਸੀਂ ਸਮਝ ਸਕਦੇ ਹਾਂ ਵੀ ਪੁਲਿਸ ਕਾਫੀ ਹੱਦ ਤੱਕ ਕਾਮਯਾਬ ਰਹੀ ਹੈ। ਮਲੇਰਕੋਟਲੇ ਜ਼ਿਲ੍ਹੇ ਵਿੱਚ ਵੀ ਜਿਵੇਂ ਤੁਸੀਂ ਕਿਹਾ ਕਿ ਔਰਤਾਂ ਦੀ ਸਮੱਸਿਆ ਹਰ ਜਗ੍ਹਾ ਹੀ ਸਾਹਮਣੇ ਆ ਰਹੀਆਂ ਨੇ। ਜਿਸ ਦਿਨ 3 ਜੂਨ ਨੂੰ ਮਲੇਰਕੋਟਲਾ ਜ਼ਿਲ੍ਹੇ ਦੀ ਇਨੋਗ੍ਰੇਸ਼ਨ ਮਾਣਯੋਗ CM ਪੰਜਾਬ ਵੱਲੋਂ ਕੀਤੀ ਗਈ ਸੀ, ਉਸੇ ਦਿਨ ਮਲੇਰਕੋਟਲਾ ਜ਼ਿਲ੍ਹੇ ਵਿੱਚ ਇੱਕ ਸਪੈਸ਼ਲ ਵੂਮਨ ਥਾਣਾ ਇਨੋਗ੍ਰੇਟ ਕੀਤਾ ਗਿਆ ਸੀ, ਜਿਹਦੀ ਨੋਟੀਫਿਕੇਸ਼ਨ ਹੋ ਚੁੱਕੀ ਸੀ। ਇਸ ਵੂਮਨ ਥਾਣੇ ਵਿੱਚ ਸਿਰਫ ਵੂਮਨ ਮੁਲਾਜ਼ਮ ਹੀ ਤੈਨਾਤ ਨੇ, ਔਰਤਾਂ ਹੀ ਤੈਨਾਤ ਨੇ। ਉਹਨਾਂ ਦੀ SHO ਵੀ ਇੱਕ ਸਾਡੀ ਲੇਡੀ ਆਫਿਸਰ ਹੈ। ਇੱਥੇ ਅਸੀਂ ਹਰ ਤਰ੍ਹਾਂ ਦੇ ਘਰੇਲੂ ਝਗੜੇ, ਈਵ ਟੀਜ਼ਿੰਗ, ਸੈਕਸ਼ੂਅਲ ਹਰਾਸਮੈਂਟ, ਹੋਰ ਤਰ੍ਹਾਂ ਦੀਆਂ ਅਸੀਂ ਪ੍ਰੋਬਲਮਸ ਜਿਹੜੀ ਸਾਨੂੰ ਆਉਂਦੀਆਂ ਨੇ ਕੰਪਲੇਂਟਸ, ਉਹ ਅਸੀਂ ਇੱਥੇ ਹੱਲ ਕਰਾਉਂਦੇ ਹਾਂ। ਤੇ ਅੱਜ ਦੀ ਡੇਟ ਵਿੱਚ ਜਦੋਂ ਤੋਂ ਜ਼ਿਲ੍ਹਾ ਬਣਿਆ, ਤਕਰੀਬਨ 2.5 ਮਹੀਨੇ ਹੋ ਗਏ, ਸਾਡੇ ਵੂਮਨ ਥਾਣੇ ਵਿੱਚ 96 ਦੇ ਕਰੀਬ ਦਰਖਾਸਤਾਂ ਜਿਹੜੀਆਂ ਚੱਲ ਰਹੀਆਂ ਨੇ, ਤੇ 100 ਤੋਂ ਉੱਪਰ ਅਸੀਂ ਦਰਖਾਸਤਾਂ ਹੱਲ ਕਰ ਚੁੱਕੇ ਹਾਂ। ਤਾਂ ਕਾਫੀ ਅੱਛੀ ਸਾਡੇ ਵੂਮਨ ਥਾਣੇ ਦੀ ਪਰਫਾਰਮੈਂਸ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜੀ ਸਟਰੀਟ ਕ੍ਰਾਈਮ ਜਿਹੜਾ ਅਸੀਂ ਵੂਮਨ ਦੇ ਰਿਲੇਟਡ ਕਹਿ ਸਕਦੇ ਹਾਂ, ਉਹਦੀ ਮਲੇਰਕੋਟਲੇ ਜ਼ਿਲ੍ਹੇ ਵਿੱਚ ਹਾਲੇ ਤੱਕ ਸਾਨੂੰ ਜ਼ਿਆਦਾ ਸ਼ਿਕਾਇਤ ਨਹੀਂ ਆਈ ਜੀ। ਉਹਦਾ ਇੱਕ ਕਾਰਨ ਇਹ ਵੀ ਸੀ ਕਿ ਜਿਹੜੀ ਆਮ ਤੌਰ 'ਤੇ ਸਕੂਲ ਜਾਂ ਕਾਲਜ ਛੁੱਟੀ ਦੇ ਟਾਈਮ 'ਤੇ ਜਿਹੜੀ ਈਵ ਟੀਜ਼ਿੰਗ ਦੀ ਸ਼ਿਕਾਇਤ ਆਉਂਦੀ ਹੈ, ਉਹ ਕੋਵਿਡ ਕਰਕੇ ਬੰਦ ਹੋਣ ਕਰਕੇ ਉਹ ਚੱਲ ਵੀ ਨਹੀਂ ਰਹੀ ਸੀ। ਪਰ ਹੁਣ ਕਿਉਂਕਿ ਇਨਕਰੀਜ਼ਿੰਗਲੀ ਸਕੂਲ ਤੇ ਕਾਲਜ ਹੋਰ ਅਦਾਰੇ ਖੁੱਲ੍ਹ ਰਹੇ ਨੇ, ਸਾਡੇ ਵੱਲੋਂ ਡੈਡੀਕੇਟਿਡ PCR ਜਿਸ 'ਤੇ ਵੂਮਨ ਤੈਨਾਤ ਹੈ, ਉਹ ਵੀ ਸ਼ੁਰੂ ਕੀਤੀਆਂ ਗਈਆਂ ਨੇ ਜੀ। ਇਸ ਤੋਂ ਇਲਾਵਾ ਅਲੱਗ-ਅਲੱਗ ਟਾਈਮ 'ਤੇ ਅਸੀਂ ਸੈਂਸਿਟਾਈਜ਼ ਕਰਦੇ ਹਾਂ ਆਪਣੇ ਮੁਲਾਜ਼ਮਾਂ ਨੂੰ ਵੀ, ਆਪਣੇ ਫੋਰਸ ਨੂੰ ਵੀ, ਕਿ ਔਰਤਾਂ ਪ੍ਰਤੀ ਕ੍ਰਾਈਮ ਜਿਹੜਾ ਵੀ ਸਾਹਮਣੇ ਆਉਂਦਾ ਉਹਦੀ ਪਹਿਲ ਦੇ ਤੌਰ 'ਤੇ ਅਸੀਂ ਹੱਲ ਕਰ ਸਕੀਏ ਜੀ। ਕਿਉਂਕਿ ਮਲੇਰਕੋਟਲਾ ਬੜਾ ਪੁਰਾਣਾ ਸ਼ਹਿਰ ਹੈ, ਔਰ ਪੁਰਾਣੇ ਜਿੰਨੇ ਵੀ ਸ਼ਹਿਰ ਹੈ ਉਹਨਾਂ ਦਾ ਜਿਹੜਾ ਇੰਟੀਰੀਅਰ ਏਰੀਆ ਉਹ ਬੜਾ ਕੰਜੈਸਟਡ ਹੈ। ਇੱਥੇ ਵੀ ਇਸ ਤਰ੍ਹਾਂ ਦੀ ਸਥਿਤੀ ਹੋਏਗੀ। ਉਹਨਾਂ ਏਰੀਆ ਦੇ ਵਿੱਚ ਕ੍ਰਾਈਮ ਨੂੰ ਕੰਟਰੋਲ ਕਰਨਾ ਮੈਨੂੰ ਲੱਗਦਾ ਬੜਾ ਔਖਾ ਹੁੰਦਾ। ਦੇਖਿਆ ਤੁਸੀਂ ਉਹ? ਜੀ। ਉਹ ਮੈਂ ਜਿਵੇਂ ਕਿ ਪਹਿਲੇ ਸਾਡੀ ਡਿਸਕਸ਼ਨ ਹੋ ਰਹੀ ਸੀ, ਜਿਵੇਂ ਆਪਾਂ ਦਿੱਲੀ ਚਲੇ ਜਾਈਏ ਜਾਂ ਪਟਿਆਲੇ ਪੁਰਾਣੇ ਸ਼ਹਿਰ ਦੇ ਅੰਦਰ ਚਲੇ ਜਾਈਏ, ਉਹ ਮਤਲਬ ਸੁਭਾਵਿਕ ਤੌਰ 'ਤੇ ਉਸ ਟਾਈਮ ਦੇ ਹਿਸਾਬ ਨਾਲ ਸੜਕਾਂ ਅਤੇ ਘਰ ਬਣੇ ਹੋਏ ਨੇ, ਅਤੇ ਉਹ ਅੱਜ ਦੇ ਹਿਸਾਬ ਨਾਲ ਸਾਨੂੰ ਲੱਗਦਾ ਵੀ ਕਾਫੀ ਭਿੜ ਗਏ, ਕਿਉਂਕਿ ਅਸੀਂ ਗੱਡੀਆਂ 'ਚ ਅਪਗ੍ਰੇਡ ਕਰ ਗਏ ਅਤੇ ਹੋਰ ਤਰ੍ਹਾਂ ਦੇ ਅਸੀਂ ਅਪਗ੍ਰੇਡੇਸ਼ਨ ਕਰ ਲਈਆਂ। ਅਤੇ ਉਹ ਜਿਹੜੇ ਪੁਰਾਣੇ ਇਲਾਕੇ ਹੈ ਜਿੱਥੇ ਗਲੀਆਂ ਵੀ ਛੋਟੀਆਂ ਨੇ, ਕੰਜਸਟਿਡ ਨੇ, ਡੈਂਸਿਟੀ ਆਫ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ, ਉਹਨਾਂ ਲਈ ਅਸੀਂ ਸਪੈਸ਼ਲ ਅੰਦਰ ਅਸੀਂ ਫੁੱਟ ਪੈਟਰੋਲਿੰਗ ਫੋਲੋ ਕਰ ਰਹੇ ਹਾਂ। ਸਾਡੀ ਪੈਦਲ ਗਸ਼ਤਾਂ ਜਿਹੜੀਆਂ ਰਾਤ ਨੂੰ ਵੀ ਨਿਕਲਦੀਆਂ ਨੇ, ਦਿਨ 'ਚ ਵੀ ਨਿਕਲਦੀਆਂ। ਉਸ ਤੋਂ ਇਲਾਵਾ PCR ਵਹੀਕਲਸ ਮਲੇਰਕੋਟਲਾ ਸ਼ਹਿਰ ਵਿੱਚ ਪਹਿਲੇ ਜਿਹੜੇ ਕਿ 3 ਚੱਲਦੇ ਸੀ, ਹੁਣ ਅਸੀਂ 10 ਕਰ ਦਿੱਤੇ। ਉਹ PCR ਜਿਹੜੇ ਬਾਈਕਸ 'ਤੇ ਸਾਡੇ ਮੁਲਾਜ਼ਮ ਦਿਨ ਰਾਤ ਪੂਰੇ ਮਲੇਰਕੋਟਲਾ ਸ਼ਹਿਰ 'ਤੇ ਪਹਿਰਾ ਦੇ ਰਹੇ ਨੇ, ਉਹ ਵੀ ਰਾਤ ਨੂੰ ਅਤੇ ਦਿਨ ਵਿੱਚ ਉਹਨਾਂ ਛੋਟੇ ਇਲਾਕਿਆਂ ਦਾ ਉਹਨਾਂ ਨੂੰ ਐਕਸੈਸ ਜ਼ਿਆਦਾ ਹੈ, ਕਿਉਂਕਿ ਉਹ ਮੋਟਰਸਾਈਕਲ 'ਤੇ ਉੱਥੇ ਜਾ ਸਕਦੇ ਨੇ ਜੀ। ਤਾਂ ਇਸ ਤਰ੍ਹਾਂ ਦੀਆਂ ਅਤੇ ਹੋਰ ਤਰੀਕਿਆਂ ਨਾਲ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਅੰਦਰੂਨੀ ਸ਼ਹਿਰ ਵਿੱਚ ਵੀ ਸਾਡਾ ਪੂਰਾ ਐਕਸੈਸ ਹੋਵੇ। ਕ੍ਰਾਈਮ ਰੇਟ ਜਿਹੜਾ ਉਹ ਸ਼ਹਿਰ ਦੇ ਵਿੱਚ ਜ਼ਿਆਦਾ ਤੁਹਾਡੇ ਕੋਲ ਨੋਟਿਸ 'ਚ ਆਇਆ ਜਾਂ ਪਿੰਡਾਂ ਵਾਲੇ ਪਾਸੇ, ਔਰ ਕਿਸ ਕਿਸਮ ਦਾ ਕ੍ਰਾਈਮ ਹੈ? ਦੇਖੋ, ਜਿਹੜਾ ਵੜੈਚ ਸਾਹਿਬ ਅਸੀਂ ਕਹਿੰਦੇ ਹਾਂ ਵੀ ਜਿੱਥੇ ਹਿਊਮਨ ਪੋਪੂਲੇਸ਼ਨ ਜ਼ਿਆਦਾ ਹੋਏਗੀ, ਆਮ ਤੌਰ 'ਤੇ ਕ੍ਰਾਈਮ ਉੱਥੇ ਜ਼ਿਆਦਾ ਹੋਏਗਾ। ਡੈਂਸਿਟੀ ਆਫ ਪਾਪੂਲੇਸ਼ਨ ਮਲੇਰਕੋਟਲਾ ਸ਼ਹਿਰ ਦੀ ਆਲੇ ਦੁਆਲੇ ਦੇ ਇਲਾਕਿਆਂ ਤੋਂ ਜ਼ਿਆਦਾ ਹੈ, ਤਾਂ ਉਸੇ ਕਰਕੇ ਸੁਭਾਵਿਕ ਤੌਰ 'ਤੇ ਹੀ ਕ੍ਰਾਈਮ ਜਿਹੜਾ ਹੈ ਸ਼ਹਿਰ ਵਿੱਚ ਜ਼ਿਆਦਾ ਦਿਖਿਆ ਹੈ।
ਤੇ ਇਸ ਤੋਂ ਇਲਾਵਾ ਜਿੰਨਾ ਵੀ ਕ੍ਰਾਈਮ ਅਸੀਂ ਸ਼ਹਿਰ ਵਿੱਚ ਦੇਖਿਆ ਉਹਦੇ ਹਿਸਾਬ ਨਾਲ ਅਸੀਂ ਨਫਰੀ ਵੀ ਸ਼ਹਿਰ ਵਿੱਚ ਜ਼ਿਆਦਾ ਤੇ ਦੂਜੇ ਪਾਸੇ ਕ੍ਰਾਈਮ ਦੇ ਹਿਸਾਬ ਨਾਲ ਹੀ ਲਾਈ ਹੋਈ ਹੈ ਤਾਂ ਕਿ ਉਹਨੂੰ ਐਡਰੈਸ ਕਰਨ ਵਿੱਚ ਵੀ ਕੋਈ ਪ੍ਰੋਬਲਮ ਨਾ ਆਵੇ। ਜੀ ਇਸ ਇਲਾਕੇ ਦੀ ਖਾਸ ਤੌਰ ਤੇ ਮਲੇਰਕੋਟਲੇ ਦੀ ਇਹ ਖਾਸੀਅਤ ਰਹੀ ਹੈ, ਛਿਟਪੁੱਟ ਘਟਨਾਵਾਂ ਨੂੰ ਛੱਡ ਕੇ ਪਿਛਲੇ ਅਸੀਂ ਜੇਕਰ 200 ਸਾਲ ਦਾ ਵੀ ਇਤਿਹਾਸ ਇੱਥੇ ਦੇਖੀਏ ਤਾਂ ਇੱਥੇ ਕਦੇ ਕੋਈ ਸੰਪਰਦਾਇਕ ਦੰਗਿਆਂ ਵਾਲੀ ਗੱਲ ਕਦੇ ਨਹੀਂ ਵਾਪਰੀ, ਔਰ ਖਾਸ ਤੌਰ ਤੇ 47 ਵੇਲੇ ਵੀ ਇੱਥੇ ਕੁਝ ਨਹੀਂ ਐਡਾ ਵੱਡਾ ਵਾਪਰਿਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਲੰਮਾ ਦੌਰ ਅੱਤਵਾਦ ਦਾ ਚੱਲਿਆ, ਉਸ ਵਕਤ ਵੀ ਇਸ ਸ਼ਹਿਰ ਨੇ ਜਾਂ ਇਹਦੇ ਆਲੇ ਦੁਆਲੇ ਜਿੱਥੇ ਵੀ ਇਹ ਪਾਪੂਲੇਸ਼ਨ ਹੈ ਕਦੇ ਇੰਨੀ ਕੋਈ ਮਾੜੀ ਘਟਨਾ ਨਹੀਂ ਮਿਲੀ, ਔਰ ਇਹ ਸਭ ਸਮਝਦੇ ਆ ਕਿ ਸੱਭਿਆਚਾਰ ਦੀ ਇੱਕ ਬਹੁਤ ਵੱਡੀ ਅਸੀਂ ਸਟਰੈਂਥ ਕਹਿ ਸਕਦੇ ਹਾਂ ਇੱਥੋਂ ਦੀ। ਇਹਨੂੰ ਮੇਨਟੇਨ ਕਰਨ ਵਾਸਤੇ ਤੁਸੀਂ ਕੀ ਕਰ ਰਹੇ ਹੋ? ਜਿਹੜੇ ਲੋਕਲ ਸ਼ਹਿਰੀ ਨੇ ਇੱਥੋਂ ਦੇ, ਕਿਉਂਕਿ ਇਸ ਸਮੇਂ ਦੇ ਦੌਰਾਨ ਤੁਹਾਨੂੰ ਬਹੁਤ ਲੋਕੀ ਮਿਲੇ ਆਉਣਗੇ, ਤੁਸੀਂ ਕੀ ਜੱਜ ਕੀਤਾ ਉਹਨਾਂ ਦੀ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਉਹਨਾਂ ਦਾ ਇਸ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਣ ਲਈ? ਸਭ ਤੋਂ ਪਹਿਲੇ ਤਾਂ ਜਦੋਂ ਜ਼ਿਲ੍ਹਾ ਅਨਾਊਂਸ ਹੋਇਆ ਮੈਨੂੰ ਦੇਖਣ ਵਿੱਚ ਮਿਲਿਆ ਸਾਨੂੰ ਕਿ ਮਲੇਰਕੋਟਲਾ ਸ਼ਹਿਰ ਵਾਸੀ ਤੇ ਸਾਰੇ ਜ਼ਿਲ੍ਹੇ ਦੇ ਵਾਸੀਆਂ 'ਚ ਬੜਾ ਉਤਸ਼ਾਹ ਸੀ ਕਿ ਸਾਡਾ ਸ਼ਹਿਰ ਜਿਹੜਾ ਹੁਣ ਜ਼ਿਲ੍ਹਾ ਬਣ ਗਿਆ। ਜੀ। ਦੂਜਾ ਜਿਵੇਂ ਤੁਸੀਂ ਦੱਸਿਆ ਸਾਨੂੰ ਆ ਕੇ ਵੀ ਐਵੇਂ ਪ੍ਰਤੀਤ ਹੋਇਆ ਲੋਕਾਂ 'ਚ ਵਿਚਰ ਕੇ ਕਿ ਲੋਕ ਇੱਥੇ ਦੇ ਬਹੁਤ ਚੰਗੇ ਲੋਕ ਹੈ, ਬਹੁਤ ਜ਼ਿਆਦਾ ਪ੍ਰਸ਼ਾਸਨ ਨਾਲ ਸਹਿਯੋਗ ਕਰਦੇ ਨੇ। ਜਿਵੇਂ ਕਿ ਹਿਸਟਰੀ ਰਹੀ ਹੈ ਕਿ ਕੋਈ ਵੀ ਇੱਥੇ ਸੰਪਰਦਾਇਕ ਗੱਲ ਕਦੀ 19 ਸਾਹਮਣੇ ਨਹੀਂ ਆਈ ਤੇ ਉਹੀ ਸਾਨੂੰ ਜਦੋਂ ਅਸੀਂ ਲੋਕਾਂ 'ਚ ਵਿਚਰੇ ਹਾਂ ਸਾਨੂੰ ਵੀ ਉਹੀ ਦੇਖਣ 'ਚ ਮਿਲਿਆ। ਇਹ ਮੈਂ ਸਮਝਦੀ ਹਾਂ ਸਾਡੇ ਕਲਚਰ ਦੀ ਇੱਕ ਜਿੱਤ ਦੇ ਤੌਰ 'ਤੇ ਅਸੀਂ ਇਹਨੂੰ ਸਮਝਾਂਗੇ ਕਿ ਇੰਨੀ ਅੱਛੀ ਕਮਿਊਨਲ ਹਾਰਮਨੀ ਨਾਲ ਅਲੱਗ-ਅਲੱਗ ਫੇਥਸ ਦੇ ਲੋਕ ਜਿਹੜੇ ਹੈ ਉਹ ਇਕੱਠੇ ਰਹਿ ਰਹੇ ਨੇ। ਤੇ ਇਹਦੀ ਕਿਉਂਕਿ ਹੁਣ ਅੱਗੇ ਵੀ ਐਜ਼ ਲੁਕਿੰਗ ਫਾਰਵਰਡ ਅੱਗੇ ਜਾਣ ਲੱਗੇ ਵੀ ਅਸੀਂ ਸਾਰੇ ਕਮਿਊਨਿਟੀਜ਼ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਤਾਂ ਮਲੇਰਕੋਟਲੇ ਸ਼ਹਿਰ ਵਿੱਚ ਪਹਿਲੇ ਵੀ ਇੱਕ ਪੀਸ ਕਮੇਟੀ ਦੇ ਤੌਰ 'ਤੇ ਇੱਕ ਕਮੇਟੀ ਬਣੀ ਸੀ। ਉੱਥੇ ਹਰੇਕ ਫੇਥ ਤੇ ਹਰੇਕ ਬਿਲੀਫ ਦੇ ਲੋਕ ਉਹਦੇ 'ਚ ਮੈਂਬਰ ਨੇ। ਉਹ ਸਾਨੂੰ ਆਪਣੀਆਂ ਪ੍ਰੋਬਲਮਸ ਆ ਕੇ ਦੱਸਦੇ ਨੇ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਪੁਲਿਸ ਵੱਲੋਂ ਮੇਰੇ ਵੱਲੋਂ ਤੇ ਮੇਰੇ ਆਫਿਸਰਸ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਅਸੀਂ ਹਰੇਕ ਮਸਲੇ ਨੂੰ ਫੇਅਰਨੈਸ ਦੇ ਪ੍ਰਿੰਸੀਪਲ 'ਤੇ ਹੱਲ ਕਰੀਏ, ਜੋ ਸਹੀ ਹੈ ਉਹ ਕਰੀਏ ਤਾਂ ਕਿ ਕਿਸੇ ਨੂੰ ਵੀ ਇਹ ਨਾ ਮਹਿਸੂਸ ਹੋਵੇ ਕਿ ਸਾਡੇ ਨਾਲ ਧੱਕਾ ਹੋਇਆ ਹੈ ਜਾਂ ਕੋਈ ਜ਼ੋਰ ਹੋਇਆ ਹੈ। ਉਹਦੇ ਨਾਲ ਜੇ ਆਪਾਂ ਐਵੇਂ ਕਰਦੇ ਹਾਂ ਨੈਚੁਰਲੀ ਇਨਸ਼ੋਰ ਹੋ ਜਾਂਦਾ ਹੈ ਕਿ ਪੀਸ ਤੇ ਜਿਹੜਾ ਲਾਅ ਐਂਡ ਆਰਡਰ ਹੈ ਕਾਇਮ ਰਹੇ। ਜੀ। ਨਵੇਂ ਇਨਫਰਾਸਟ੍ਰਕਚਰ ਵਾਸਤੇ ਫੰਡਸ ਵਗੈਰਾ ਸਰਕਾਰ ਵੱਲੋਂ ਮਿਲਣੇ ਸ਼ੁਰੂ ਹੋ ਗਏ ਤੇ ਨਵੇਂ ਆਫਿਸ ਬਣਾਉਣ ਬਾਰੇ ਕੀ ਪਲੈਨਿੰਗ ਹੈ? ਦੇਖੋ ਜਿਵੇਂ ਕਿ ਮੈਂ ਕਿਹਾ ਕਿ ਇਹ ਬਹੁਤ ਵੱਡੇ ਕੰਮ ਹੁੰਦੇ ਨੇ ਸਰਕਾਰ ਲੈਵਲ ਤੇ ਹੌਲੀ ਸਾਰੇ ਕੰਮ ਹੁੰਦੇ ਨੇ। ਸਾਨੂੰ ਇੰਨਾ ਕੁ ਐਮਪਾਵਰ ਸਰਕਾਰ ਨੇ ਕਰਤਾ ਕਿ ਅਸੀਂ ਇਮੀਡੀਏਟਲੀ ਜਾ ਕੇ ਆਪਣੇ ਦਫ਼ਤਰ ਸੈਟਅਪ ਕਰਕੇ ਬਹਿ ਜਾਈਏ ਤੇ ਪੁਲਿਸਿੰਗ ਦਾ ਕੰਮ ਤਾਂ ਜੇ ਅਸੀਂ ਸੋਚੀਏ ਤਾਂ 0 ਡੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਤਾਂ ਜਿਸ ਦਿਨ ਅਨਾਊਂਸ ਹੋ ਗਿਆ ਉਸੇ ਦਿਨ ਤੋਂ ਸਾਡਾ ਕੰਮ ਸ਼ੁਰੂ ਹੋ ਗਿਆ ਸੀ। ਪੁਲਿਸ ਦੀ ਆਪਾਂ ਜੇ ਗੱਲ ਕਰੀਏ, ਜੇ ਆਪਾਂ ਦਫ਼ਤਰਾਂ ਦੀ ਗੱਲ ਕਰੀਏ, ਹੋਰ ਗੱਲ ਕਰੀਏ, ਉਹ ਇੰਨਾ ਮੈਟਰ ਨਹੀਂ ਕਰਦਾ ਜਿੰਨਾ ਸਾਡਾ ਕ੍ਰਾਈਮ ਕੰਟਰੋਲ ਲਾਅ ਐਂਡ ਆਰਡਰ ਮੈਟਰ ਕਰਦਾ ਹੈ। ਤੇ ਉਹ ਕੰਮ ਸਾਡਾ ਕਿਉਂਕਿ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਿਆ ਸੀ। ਜਿਵੇਂ ਕਿ ਮੈਂ ਕਿਹਾ ਸਾਨੂੰ ਨਫਰੀ ਅਲਾਟ ਹੋ ਗਈ ਤੇ ਕਾਫੀ ਸਪੋਰਟ ਮਿਲੀ ਸਾਨੂੰ ਇਹਦੇ ਵਿੱਚ ਹੈੱਡਕੁਆਟਰ ਵੱਲੋਂ ਵੀ, ਤੇ ਉਹ ਸਾਡਾ ਕੰਮ ਸ਼ੁਰੂ ਹੋ ਗਿਆ। ਸਾਨੂੰ ਕਾਫੀ ਅੱਛੇ ਕ੍ਰਿਮੀਨਲਸ ਜਿਹੜੇ ਐਨਫੋਰਸਮੈਂਟ ਐਕਸ਼ਨ 'ਚ ਰਿਜ਼ਲਟ ਵੀ ਦੇਖਣ ਨੂੰ ਮਿਲੇ। ਮੈਂ ਇੱਥੇ ਸਪੈਸ਼ਲ ਦੱਸਣਾ ਚਾਹਾਂਗੀ ਕਿ ਪਿਛਲੇ 2.5 ਮਹੀਨਿਆਂ 'ਚ ਅਸੀਂ 118 ਤੋਂ ਉੱਪਰ ਨਸ਼ਾ ਤਸਕਰ ਜਿਹੜੇ ਹੈ ਆਲਰੇਡੀ ਗ੍ਰਿਫਤਾਰ ਕਰ ਚੁੱਕੇ ਹਾਂ ਮਲੇਰਕੋਟਲਾ ਸ਼ਹਿਰ ਵਿੱਚ। ਇਸ ਤੋਂ ਇਲਾਵਾ 34 ਤੋਂ ਉੱਪਰ ਅਸੀਂ ਜਿਹੜੇ ਸੱਟੇ ਲਾਉਂਦੇ ਆ ਗੈਂਬਲਿੰਗ ਡੈਨਸ, ਉਹਨਾਂ 'ਚੋਂ ਅਸੀਂ ਬੰਦੇ ਗ੍ਰਿਫਤਾਰ ਕਰਕੇ ਉਹ ਗੈਂਬਲਿੰਗ ਡੈਨਸ ਨੂੰ ਬੰਦ ਕਰ ਚੁੱਕੇ ਹਾਂ। ਇਸ ਤੋਂ ਇਲਾਵਾ 6 ਤੋਂ ਉੱਪਰ ਕ੍ਰਿਮੀਨਲ ਗੈਂਗਸ ਜਿਹੜੇ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ। ਤਾਂ ਇਹਦੇ ਨਾਲ ਇਹ ਮਤਲਬ ਜਾਇਜ਼ ਤੌਰ 'ਤੇ ਦਿਖ ਰਿਹਾ ਹੈ ਕਿ 2.5 ਮਹੀਨੇ ਦੇ ਅੰਦਰ ਹੀ ਕਾਫੀ ਕ੍ਰਾਈਮ 'ਤੇ ਐਕਸ਼ਨ ਹੋਇਆ ਹੈ ਤੇ ਇਹਦਾ ਸਾਨੂੰ ਪਬਲਿਕ 'ਚੋਂ ਵੀ ਬੜੇ ਅੱਛੇ ਰਿਵਿਊਜ਼ ਇਹਦੇ ਆਉਣੇ ਸ਼ੁਰੂ ਹੋ ਗਏ ਨੇ। ਲੋਕਾਂ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਲੋਕਾਂ ਤੋਂ ਤੁਹਾਨੂੰ ਵੀ ਲੋਕਾਂ ਤੋਂ ਆਸਾਂ ਹੋਣਗੀਆਂ ਕਿ ਇਸ ਕਿਸਮ ਦਾ ਸਹਿਯੋਗ ਦੇਣ, ਕਿਹੜੇ ਪੁਆਇੰਟਸ ਨੇ ਜਿਨ੍ਹਾਂ ਤੋਂ ਲੱਗਦਾ ਕਿ ਲੋਕ ਉੱਥੇ ਜੇਕਰ ਸਹਿਯੋਗ ਦਿੰਦੇ ਆ ਤੇ ਤੁਸੀਂ ਇਸ ਜ਼ਿਲ੍ਹੇ ਨੂੰ ਬਹੁਤ ਵਧੀਆ ਬਣਾ ਸਕਦੇ ਹੋ ਸੁਰੱਖਿਆ ਪੁਆਇੰਟ ਤੋਂ? ਮੈਂ ਇੱਕੋ ਗੱਲ ਤੇ ਜੇ ਸਾਨੂੰ ਮੈਂ ਸਹਿਯੋਗ ਚਾਹੁੰਦੀ ਹਾਂ ਲੋਕਾਂ ਦਾ ਕਿ ਖੁੱਲ੍ਹੇ ਹੋ ਕੇ ਸਾਨੂੰ ਪੁਲਿਸ ਨੂੰ ਉਹ ਸਹਿਯੋਗ ਦੇਣ। ਜੇ ਕੋਈ ਨਸ਼ੇ ਦੀ ਸ਼ਿਕਾਇਤ ਆਉਂਦੀ ਹੈ, ਕੋਈ ਸੱਟੇ ਦੀ ਸ਼ਿਕਾਇਤ ਆਉਂਦੀ ਹੈ, ਕੋਈ ਹੋਰ ਤਰ੍ਹਾਂ ਦਾ ਕ੍ਰਾਈਮ ਹੁੰਦਾ ਹੈ ਤਾਂ ਸਾਨੂੰ ਆਪਣਾ ਹੀ ਇੱਕ ਪਰਿਵਾਰ ਦਾ ਹਿੱਸਾ ਸਮਝ ਕੇ ਸਾਨੂੰ ਉਸ ਬਾਰੇ ਦੱਸਿਆ ਜਾਵੇ। ਤੇ ਮੈਂ ਆਪਣੇ ਵੱਲੋਂ ਤੇ ਪੁਲਿਸ ਮਹਿਕਮੇ ਵੱਲੋਂ ਇਹ ਵਿਸ਼ਵਾਸ ਦਵਾਉਂਦੀ ਹਾਂ ਕਿ ਉਹਦਾ ਇਮੀਡੀਏਟਲੀ ਅਸੀਂ ਰਿਸਪੌਂਡ ਕਰਕੇ ਉਹਦਾ ਹੱਲ ਕਰਾਵਾਂਗੇ। ਤੇ ਜੇ ਇੰਨਾ ਕੁ ਸਹਿਯੋਗ ਸਾਨੂੰ ਮਿਲ ਜਾਵੇ, ਮੈਨੂੰ ਨਹੀਂ ਲੱਗਦਾ ਕਿ ਜਿਹੜੇ ਚੰਗੇ ਲਾਅ ਐਂਡ ਆਰਡਰ ਦੇ ਦਿਨ ਆਉਣ 'ਚ ਕੋਈ ਦੇਰੀ ਹੋਏਗੀ। ਜੀ। ਮਲੇਰਕੋਟਲਾ ਇੱਕ ਰਿਆਸਤ ਰਹੀ ਹੈ
ਇਸ ਦੇ ਗੁਆਂਢੀ ਰਿਆਸਤ ਪਟਿਆਲਾ, ਪੈਪਸੂ, ਬਾਕੀ ਯੂਨੀਅਨ ਸਟੇਟਸ ਵੀ ਰਹੀਆਂ ਨੇ। ਕਿਸੇ ਵਕਤ ਮਲੇਰਕੋਟਲਾ ਤੇ ਪਟਿਆਲੇ ਦੇ ਵਿੱਚ ਆਪਸ ਵਿੱਚ ਤਕਰਾਰ ਵੀ ਚੱਲਦਾ ਰਿਹਾ, ਪਰ ਉਸ ਤਕਰਾਰ ਦੇ ਵਿੱਚੋਂ ਜੋ ਨੇ ਤੋਹਫਾ ਦਿੱਤਾ ਹੈ ਉਹ ਹੈ ਕਿ ਇਸ ਜ਼ਿਲ੍ਹੇ ਨੂੰ ਹੁਣ ਇਸ ਸ਼ਹਿਰ ਨੂੰ ਜ਼ਿਲ੍ਹਾ ਬਣਾ ਦਿੱਤਾ। ਇਹ ਜ਼ਿਲ੍ਹਾ ਇੱਕ ਨਵੀਂ ਦਿਸ਼ਾ ਵਿੱਚ ਵਧੇਗਾ, ਇੱਕ ਨਵਾਂ ਮਾਡਲ ਸਾਨੂੰ ਦੇਗਾ, ਔਰ ਉਹਦਾ ਕਾਰਨ ਇਹ ਹੈ ਕਿ ਯੰਗ ਆਫੀਸਰਸ ਔਰ ਖ਼ਾਸ ਤੌਰ 'ਤੇ ਇਸ ਪੰਜਾਬ ਦੀਆਂ ਅਸੀਂ ਕਹਾਂਗੇ ਧੀਆਂ ਨੂੰ ਇਸ ਦਾ ਪ੍ਰਸ਼ਾਸਨ ਅਤੇ ਪੁਲਿਸਿੰਗ ਸੰਭਾਈ ਹੈ। ਔਰ ਔਰਤਾਂ ਤੋਂ ਆਸ ਕੀਤੀ ਇਹ ਜਾਂਦੀ ਹੈ ਕਿਉਂਕਿ ਉਹ ਬਹੁਤ ਹੀ ਸੁਘੜ ਢੰਗ ਦੇ ਨਾਲ ਘਰ ਚਲਾਉਂਦੀਆਂ ਨੇ ਅਤੇ ਉਹ ਦੇਸ਼ ਵੀ ਅਤੇ ਜ਼ਿਲ੍ਹਾ ਵੀ ਵਧੀਆ ਢੰਗ ਨਾਲ ਚਲਾਉਣਗੀਆਂ। ਸਾਡੀਆਂ ਸ਼ੁਭ ਇਛਾਵਾਂ ਨੇ ਮੈਡਮ ਕਿ ਤੁਹਾਡੇ ਸੁਪਨੇ ਇਸ ਜ਼ਿਲ੍ਹੇ ਵਾਸਤੇ ਪੂਰੇ ਹੋਣ ਅਤੇ ਲੋਕਾਂ ਦੀਆਂ ਆਸਾਂ 'ਤੇ ਤੁਸੀਂ ਪੂਰੇ ਉਤਰ ਸਕੋ। ਇਸ ਜ਼ਿਲ੍ਹੇ ਨੂੰ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਕਰ ਸਕੋ, ਪੂਰੀ ਤਰ੍ਹਾਂ ਕ੍ਰਾਈਮ ਮੁਕਤ ਜਿਹੜਾ ਉਹ ਕਰ ਸਕੋ। ਹਾਲਾਂਕਿ ਹੁੰਦਾ ਨਹੀਂ, ਪਰ ਆਸ ਰੱਖਣੀ ਚਾਹੀਦੀ ਹੈ ਕਿ ਜਿਸ ਹਿਸਾਬ ਨਾਲ ਕੰਮ ਕੀਤਾ ਜਾ ਰਿਹਾ ਹੈ, ਲੋਕਾਂ ਦੇ ਸਹਿਯੋਗ ਨਾਲ ਅਸੀਂ ਬਹੁਤ ਪ੍ਰਾਪਤੀ ਕਰ ਸਕਦੇ ਹਾਂ ਕਿ ਇਸ ਜ਼ਿਲ੍ਹੇ ਨੂੰ ਅਸੀਂ ਨਸ਼ਾ ਮੁਕਤ ਵੀ ਕਰ ਸਕੀਏ। ਜਿਵੇਂ ਮੈਡਮ ਨੇ ਦੱਸਿਆ ਕਿ ਕਿੰਨੇ ਨਸ਼ਾ ਤਸਕਰ ਜਿਹੜੇ ਆ ਉਹ ਫੜ ਲਏ ਆ। ਸੋ ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਨੇ ਕਿ ਤੁਸੀਂ ਇੱਥੇ ਜਿਹੜੀਆਂ ਉਹ ਨਵੀਆਂ ਪੈੜਾਂ ਛੱਡ ਕੇ ਜਾਓ। ਸਾਡੇ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਕਰਨ ਦੀ ਮੈਨੂੰ ਦਿਓ ਇਜਾਜ਼ਤ।